ਗੁਰਬਾਣੀ ਗਾਵੋ ਭਾਈ, ਕਥਾ ਕੀਰਤਨ ਸੁਖਦਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਨੇ ਬਹੁਤ ਸਾਰੇ ਹੁਕਮ ਕੀਤੇ ਹਨ ਸਿੱਖ ਨੂੰ ਜੀਵਨ ਜਾਚ ਸਿਖਾਉਣ ਵਾਸਤੇ, ਕਿਉਂਕਿ ਗੁਰਬਾਣੀ ਜਿਹੜੀ ਹੈ ਸਾਨੂੰ ਇੱਕ ਸਹੀ ਇਨਸਾਨ ਬਣਾ ਕੇ, ਸਾਨੂੰ ਜੀਵਨ ਜਾਚ ਸਿਖਾ ਕੇ, ਸਾਨੂੰ ਜੀਵਨ ਦੇ ਵਿੱਚ ਕਾਮਯਾਬ ਕਰਕੇ ਅਤੇ ਫਿਰ ਸਾਨੂੰ ਅੰਤਲੇ ਸਮੇਂ ਦੇ ਵਿੱਚ ਸਾਨੂੰ ਅਕਾਲ ਪੁਰਖ ਦੇ ਵਿੱਚ ਅਭੇਦ ਕਰਦੀ ਆ। ਇਹ ਗੁਰਬਾਣੀ ਦਾ ਸੁਭਾਅ ਹੈ, ਕਿਉਂਕਿ ਗੁਰਬਾਣੀ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਇਹ ਧੁਰ ਤੋਂ ਆਈ ਹੋਈ ਹੈ। ਧੁਰ ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਹਾਂ ਫਲਾਣੀ ਬੱਸ ਧੁਰਦੀ ਹੈ, ਫਲਾਣੀ ਨੂੰ ਧੁਰ ਪਹੁੰਚਾਤਾ, ਭਾਵ ਵੀ ਐਂਡ ਤੱਕ ਧੁਰ ਦੀ ਬੱਸ ਹੁੰਦੀ ਹੈ ਜਿਹੜੀ ਰਸਤੇ ਦੇ ਵਿੱਚ ਕਿਤੇ ਨਾ ਖਲੋਵੇ, ਜਿਹੜੀ ਐਂਡ ਤੱਕ ਪਹੁੰਚਣੀ ਹੋਵੇ। ਇਸ ਤਰ੍ਹਾਂ ਵੀ ਗੁਰਬਾਣੀ ਵੀ ਧੁਰ ਕੀ ਹੈ, ਇਹ ਰਸਤੇ ਵਿੱਚ ਕਿਤੇ ਖਲੋਣ ਵਾਲੀ ਨਹੀਂ, ਇਹ ਐਂਡ ਤੱਕ ਪਹੁੰਚਣੀ ਹੁੰਦੀ ਹੈ। ਜਿੱਥੋਂ ਅਕਾਲ ਪੁਰਖ ਦੇ ਵਿੱਚੋਂ ਇਨਸਾਨ ਉਪਜ ਕੇ ਆਇਆ ਹੈ, ਜੀਵ ਉਪਜ ਕੇ ਆਇਆ ਹੈ, ਗੁਰਬਾਣੀ ਵੀ ਉੱਥੋਂ ਹੀ ਆਈ ਹੈ। ਟ੍ਰੈਜਡੀ ਇਸ ਗੱਲ ਦੀ ਹੈ, ਦੁੱਖ ਇਸ ਗੱਲ ਦਾ ਹੈ ਕਿ ਇਨਸਾਨ ਜਿਹੜਾ ਹੈ ਉੱਥੇ ਪਹੁੰਚ ਨਹੀਂ ਸਕਦਾ, ਪਰ ਗੁਰਬਾਣੀ ਜਿਹੜੀ ਹੈ ਉੱਥੇ ਪਹੁੰਚਣ ਵਾਲੀ ਇੱਕ ਤਾਰ ਹੈ। ਗੁਰਬਾਣੀ ਉੱਥੇ ਪਹੁੰਚਣ ਵਾਲਾ ਇੱਕ ਰਸਤਾ ਹੈ ਜਿਹੜਾ ਸਾਨੂੰ ਉੱਥੇ ਪਹੁੰਚਾ ਦਿੰਦੀ ਹੈ। ਇੱਕ ਗਾਡੀ ਰਾਹ ਹੈ, ਗੁਰਮੁਖ ਗਾਡੀ ਰਾਹੋ ਚਲਾਇਆ, ਜਿਹੜਾ ਇੱਕ ਹਰੇਕ ਦੇ ਜਾਣ ਵਾਸਤੇ ਸੌਖਾ ਰਸਤਾ, ਜਿਹੜਾ ਜਿਹਦੇ ਵਿੱਚ ਕੋਈ ਰੁਕਾਵਟ ਨਹੀਂ ਹੈ ਅਕਾਲ ਪੁਰਖ ਤੱਕ ਪਹੁੰਚਣ ਵਾਸਤੇ, ਉਹ ਗੁਰਬਾਣੀ ਹੈ। ਹੁਣ ਗੁਰਬਾਣੀ ਪੜ੍ਹਨੀ ਕਿਵੇਂ ਚਾਹੀਦੀ ਹੈ, ਗੁਰਬਾਣੀ ਸੁਣਨੀ ਕਿਵੇਂ ਚਾਹੀਦੀ ਹੈ, ਕਥਾ ਸੁਣੀਏ ਕਿ ਕੀਰਤਨ ਸੁਣੀਏ, ਕੀ ਕੰਮ ਕਰੀਏ ਜਿਹਦੇ ਨਾਲ ਸਾਡਾ ਉਧਾਰ ਹੋਵੇ। ਗੁਰੂ ਸਾਹਿਬ ਜੀ ਕਹਿੰਦੇ ਹਨ ਉਧਾਰ ਸਾਡਾ ਹਰ ਇੱਕ ਤਰੀਕੇ ਦੇ ਨਾਲ ਹੀ ਹੋ ਜਾਂਦਾ ਹੈ। ਜਿਸ ਪਾਠ ਕਰਨਾ, ਗੁਰਬਾਣੀ ਗਾਵੋ ਭਾਈ, ਕਥਾ ਕੀਰਤਨ ਸੁਖਦਾਈ। ਗੁਰਬਾਣੀ ਗਾਵੋ, ਕਥਾ ਅਤੇ ਕੀਰਤਨ, ਇਹ ਤਿੰਨ ਚੀਜ਼ਾਂ ਅਲੱਗ-ਅਲੱਗ ਕਰਤੀਆਂ ਸਤਿਗੁਰੂ ਜੀ ਨੇ। ਗੁਰਬਾਣੀ ਗਾਉਣਾ ਕੀ ਹੈ, ਜਿਹੜਾ ਆਪਣੇ ਆਪ ਦੇ ਵਿੱਚ ਅਸੀਂ ਪਾਠ ਕਰਦੇ ਹਾਂ, ਜਿਹੜਾ ਪਾਠ ਕਰਦੇ ਹਾਂ, ਸਵੇਰੇ ਨਿਤਨੇਮ ਕਰ ਲਿਆ, ਬੈਠ ਕੇ ਵਾਹਿਗੁਰੂ ਦਾ ਜਾਪ ਕਰ ਲਿਆ, ਜਾਂ ਅਸੀਂ ਇਕੱਲੇ ਕੋਈ ਵੀ ਗੁਰਬਾਣੀ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਅਸੀਂ ਪੜ੍ਹ ਕੇ ਤਾਂ ਉਹਦਾ ਆਨੰਦ ਮਾਣ ਰਹੇ ਹਾਂ, ਇਹ ਹੈ ਗੁਰਬਾਣੀ ਗਾਉਣਾ, ਪਾਠ ਕਰਨਾ। ਪਾਠ ਕਰਨ ਦੇ ਨਾਲ ਕੀ ਹੁੰਦਾ ਹੈ ਕਿ ਆਧਾਰ ਹੋ ਜਾਂਦਾ ਹੈ ਇੱਕ ਬੰਦੇ ਦਾ। ਜਿਸ ਤਰ੍ਹਾਂ ਕਿਸੇ ਇਨਸਾਨ ਨੇ ਆਪਣੇ ਖੇਤਾਂ ਦੇ ਵਿੱਚ ਖੂਹ ਲਵਾਇਆ ਹੋਵੇ, ਅਤੇ ਉਹ ਖੂਹ ਜਿਹੜਾ ਹੈ ਉਹਦੇ ਤੋਂ ਆਪਣੇ ਉਹ ਖੇਤਾਂ ਨੂੰ ਪਾਣੀ ਲਾਉਂਦਾ ਹੈ, ਅਤੇ ਖੇਤ ਹਰੇ ਭਰੇ ਹੋ ਜਾਂਦੇ ਹਨ, ਖੇਤ ਸਾਨੂੰ ਫਲ ਦਿੰਦੇ ਹਨ, ਮੁੜ ਕੇ ਫਸਲਾਂ ਬੀਜਦੇ ਹਾਂ, ਫਸਲਾਂ ਉੱਗਦੀਆਂ ਹਾਂ, ਵੱਢ ਕੇ ਅਸੀਂ ਆਪਣਾ ਮਾਲ ਆਪਣੇ ਘਰ ਲੈ ਜਾਂਦੇ ਹਾਂ। ਲਾਗੇ ਜੇ ਕਿਸੇ ਦਾ ਇੱਕ ਅੱਧਾ ਖੇਤ ਹੋਰ ਹੋਵੇ ਤਾਂ ਖੂਹ ਤੋਂ ਉਹ ਵੀ ਭਰਿਆ ਜਾ ਸਕਦਾ ਹੈ। ਪਾਠ ਕਰਨ ਦਾ ਮਤਲਬ ਇਹ ਹੈ ਕਿ ਅਸੀਂ ਸਾਡੀ ਇਕੱਲੇ ਦੀ ਮੁਕਤੀ, ਅਸੀਂ ਇਕੱਲੇ ਨੇ ਅੱਗੇ ਜਾਣਾ ਹੈ। ਜੇ ਕੋਈ ਨਾਲ ਸਾਡਾ ਕੋਈ ਰਿਸ਼ਤੇਦਾਰ ਜਾਂ ਸੱਜਣ ਮਿੱਤਰ ਹੈ, ਇੱਕ ਅੱਧਾ ਹੀ ਉਹਨੂੰ ਖੜ ਸਕਦੇ ਹਾਂ, ਜ਼ਿਆਦਾ ਨਹੀਂ। ਜਿਸ ਤਰ੍ਹਾਂ ਇੱਕ ਜਲ ਦੇ ਵਿੱਚ, ਇੱਕ ਪਾਣੀ ਦੇ ਵਿੱਚ ਇੱਕ ਡੰਡਾ ਸੁੱਟ ਦਈਏ ਤਾਂ ਉਹ ਡੰਡਾ ਜਿਹੜਾ ਤਰਦਾ ਹੋਇਆ ਦੂਜੇ ਕਿਨਾਰੇ 'ਤੇ ਹਿੱਲ ਹਿੱਲ ਕੇ ਪਹੁੰਚ ਜਾਏਗਾ, ਪਾਣੀ ਦੇ ਵਿੱਚ ਤਰਦਾ, ਪਰ ਉਹ ਹੋਰ ਕਿਸੇ ਨੂੰ ਨਾਲ ਨਹੀਂ ਖੜ ਸਕਦਾ। ਜਿਸ ਤਰ੍ਹਾਂ ਕੋਈ ਹੋਰ ਬੰਦਾ ਡੰਡਾ ਫੜ ਕੇ ਆਸਰਾ ਭਾਲ ਕੇ ਤਾਂ ਉਹਦੇ ਨਾਲ ਕਰਾਸ ਹੋਣਾ ਚਾਹਵੇ ਤਾਂ ਉਹ ਨਹੀਂ ਹੋ ਸਕਦਾ, ਕਿਉਂਕਿ ਉਹ ਆਪਣੇ ਆਪ ਨੂੰ ਖੜ ਸਕਦਾ ਹੈ, ਦੂਜੇ ਨੂੰ ਨਹੀਂ ਖੜ ਸਕਦਾ। ਇਸੇ ਤਰ੍ਹਾਂ ਜਦੋਂ ਅਸੀਂ ਇਕੱਲੇ ਬਾਣੀ ਪੜ੍ਹਦੇ ਹਾਂ ਤਾਂ ਅਸੀਂ ਆਪਣੇ ਆਪ ਜਾਂਦੇ ਹਾਂ, ਅਸੀਂ ਦੂਜੇ ਨੂੰ ਨਹੀਂ ਖੜ ਸਕਦੇ। ਦੂਜੇ ਨੂੰ ਤਾਂ ਹੀ ਖੜਾਂਗੇ ਨਾ, ਦੂਜੇ ਕਿਸੇ ਦੇ ਨਾਲ ਵਿਚਾਰ ਸਾਂਝੇ ਕਰਾਂਗੇ। ਅਤੇ ਇਹ ਪਾਠ ਦਾ ਮਹਾਰਾਜ ਨੇ ਇੰਨਾ ਮਹੱਤਮ ਦੱਸਿਆ ਹੈ ਕਿ ਪਾਠ ਜਿਹੜਾ ਹੈ ਤੁਹਾਨੂੰ ਤਾਰ ਦੇਗਾ, ਪਰ ਦੂਸਰਿਆਂ ਤੱਕ ਉਹਦੀ ਆਵਾਜ਼ ਜਿਹੜੀ ਉਹ ਨਹੀਂ ਪਹੁੰਚੇਗੀ, ਕਿਉਂਕਿ ਤੁਸੀਂ ਇਕੱਲੇ ਨੇ ਕੀਤਾ, ਪਾਠ ਇਕੱਲੇ ਨੇ ਕੀਤਾ ਅਤੇ ਇਕੱਲੇ ਨਹੀਂ ਪਾਰ ਜਾਣਾ ਹੈ। ਅੱਗੇ ਫਿਰ ਆ ਜਾਂਦੀ ਕਥਾ ਕੀਰਤਨ ਸੁਖਦਾਈ। ਕਥਾ ਕੀ ਹੈ ਅਤੇ ਕੀਰਤਨ ਕੀ ਹੈ? ਕੀਰਤਨ ਇੱਕ ਜਿਵੇਂ ਇੱਕ ਬੰਦੇ ਨੇ ਤਾਂ ਪਾਠ ਕਰਦਿਆਂ ਅਤੇ ਇੱਕ ਬੰਦੇ ਨੇ ਆਪਣੀ ਫਸਲ ਭਰ ਲਈ,
ਤੇ ਕੀਰਤਨ ਜਿਹੜਾ ਹੈ ਜਿਵੇਂ ਮੋਹਲੇ ਧਾਰ ਵਰਖਾ ਆ ਜਾਂਦੀ ਹੈ, ਬਹੁਤ ਜ਼ਿਆਦਾ ਔੜ ਲੱਗੀ ਹੋਵੇ, ਬੜੀ ਜ਼ਿਆਦਾ ਤਪਸ਼ ਹੋਵੇ, ਮੀਂਹ ਨਾ ਪੈ ਰਿਹਾ ਹੋਵੇ, ਫਸਲਾਂ ਸੁੱਕ ਰਹੀਆਂ ਹੋਣ, ਜੀਵ ਜੰਤੂ ਤਰਾਸ ਕਰ ਰਹੇ ਹੋਣ, ਤੇ ਇੱਕ ਜ਼ੋਰਦਾਰ ਮੀਂਹ ਆ ਜੇ, ਇੱਕਦਮ ਹੀ ਆ ਜੇ, ਤੇ ਬੜਾ ਜ਼ਿਆਦਾ ਮੋਹਲੇ ਧਾਰ ਵਰਖਾ ਹੋ ਜੇ, ਤੇ ਉਹ ਜਲ ਥਲ ਇੱਕ ਹੀ ਕਰ ਜਾਵੇ, ਹਰ ਇੱਕ ਥਾਂ ਦੇ ਉੱਚੇ ਉੱਚੇ ਨੀਵੇਂ ਥਾਂ ਦੇ ਉੱਤੇ ਜਿਹੜਾ ਉਹ ਪਾਣੀ ਪਹੁੰਚ ਕੇ ਤੇ ਉਹਨੂੰ ਜਿਹੜਾ ਹਰਿਆ ਭਰਿਆ ਕਰ ਜਾਂਦਾ ਹੈ। ਇਸੇ ਤਰ੍ਹਾਂ ਹੀ ਕੀਰਤਨ ਜਿਹੜਾ ਹੈ, ਕੀਰਤਨ ਆਨੰਦਮਈ ਹੈ, ਕੀਰਤਨ ਦੇ ਵਿੱਚੋਂ ਵਿਰਾਗ ਉਪਜਦਾ ਹੈ। ਜਦੋਂ ਅਸੀਂ ਕੀਰਤਨ ਕਰਦੇ ਹਾਂ ਤੇ ਕੀਰਤਨ ਸੁਣਦੇ ਹਾਂ, ਜਿੱਥੋਂ ਜਿੱਥੋਂ ਤੱਕ ਸਾਡੀ ਆਵਾਜ਼ ਜਾਂਦੀ ਹੈ ਉੱਥੋਂ ਤੱਕ ਹੀ ਕੀਰਤਨ ਜਿਹੜਾ ਹੈ ਸੱਟ ਮਾਰ ਕੇ ਇਨਸਾਨ ਦੇ ਹਿਰਦੇ ਦੇ ਉੱਤੇ ਤੇ ਉਹਨੂੰ ਵਿਰਾਗ ਦੇ ਵਿੱਚ ਲਿਆਉਂਦਾ ਹੈ, ਉਹਨੂੰ ਪ੍ਰੇਮ ਦੇ ਵਿੱਚ ਲਿਆਉਂਦਾ ਹੈ, ਤੇ ਪ੍ਰੇਮ ਦੇ ਨਾਲ ਜਿਹੜਾ ਹੈ ਉਹ ਸਾਡਾ ਗੁਰਬਾਣੀ ਦੇ ਨਾਲ ਉਹਨੂੰ ਜੋੜਦਾ ਹੈ, ਸਾਡੇ ਮਨ ਨੂੰ। ਇਹ ਕੀਰਤਨ ਦੀ ਵਡਿਆਈ ਹੈ। ਫਿਰ ਕਥਾ ਕੀ ਹੈ ਜੀ? ਕਥਾ ਕੀਰਤਨ ਸੁਖਦਾਈ, ਇਹ ਦੋਵੇਂ ਚੀਜ਼ਾਂ ਸੁਖਦਾਈ ਕਿਹਾ ਗਿਆ ਹੈ। ਜਿਸ ਤਰ੍ਹਾਂ ਮੋਹਲੇ ਧਾਰ ਵਰਖਾ ਨੇ ਫਸਲ ਨੂੰ ਤਾਂ ਹਰਿਆ ਭਰਿਆ ਕਰ ਦਿੱਤਾ, ਪਰ ਬਾਅਦ ਦੇ ਵਿੱਚ ਫਸਲ ਨੂੰ ਥੋੜ੍ਹੇ ਪਾਣੀ ਦੀ ਲੋੜ, ਉਹਦੀ ਜੜ ਹਰੀ ਰੱਖਣ ਵਾਸਤੇ ਉਹਨੂੰ ਲੋੜ ਪੈਂਦੀ ਹੈ। ਤੇ ਫਿਰ ਕੀ ਹੁੰਦਾ ਹੈ? ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਜਿਹੜੀ ਜਿਵੇਂ ਬੂੰਦਾਬਾਂਦੀ ਹੁੰਦੀ ਹੈ, ਥੋੜ੍ਹੀ ਬੂੰਦਾਬਾਂਦੀ ਹੁੰਦੀ ਹੈ। ਤਾਂ ਆਮ ਜਿਹੜੇ ਜੱਟ ਲੋਕ ਹਨ, ਜਿਹੜੇ ਫਸਲਾਂ ਬੀਜਦੇ ਹਨ, ਉਹਨਾਂ ਨੂੰ ਇਸ ਗੱਲ ਦਾ ਪਤਾ ਹੈ। ਉਹ ਕਹਿੰਦੇ ਹਨ ਇਹ ਫਸਲ ਦੀਆਂ ਜੜ੍ਹਾਂ ਦੇ ਵਿੱਚ ਪਾਣੀ ਜਾ ਰਿਹਾ ਹੈ, ਇਹ ਬਹੁਤ ਜ਼ਿਆਦਾ ਲਾਹੇਵੰਦ ਹੈ। ਤੇ ਗੁਰਬਾਣੀ ਦਾ ਜਿਹੜੀ ਕਥਾ ਕਰਨੀ ਹੈ ਉਹ ਸਾਡੀਆਂ ਜੜ੍ਹਾਂ ਤੱਕ ਪਹੁੰਚ ਜਾਂਦੀ ਹੈ। ਇਹ ਵਿਚਾਰ ਜਿਹੜੇ ਹਨ, ਜਿਹੜੀ ਸੰਗਤ ਦੇ ਵਿੱਚ ਕਥਾ ਕਰਕੇ ਅਸੀਂ ਦੂਜਿਆਂ ਨੂੰ ਦੱਸਦੇ ਹਾਂ, ਉਹ ਫਿਰ ਉਹ ਜਿਹੜਾ ਹੈ ਆਪ ਵੀ ਤਰ ਜਾਂਦਾ ਹੈ ਤੇ ਹੋਰ ਵੀ ਅਨੇਕਾਂ ਨੂੰ ਤਾਰ ਕੇ ਲੈ ਜਾਂਦਾ ਹੈ। ਇਹ ਕਥਾ ਤੇ ਕੀਰਤਨ ਦੀ ਵਡਿਆਈ ਇਹ ਹੈ ਕਿ ਹੋਰ ਵੀ ਅਨੇਕਾਂ ਲੋਕ ਜਿਹੜੇ ਹਨ ਕਥਾ ਦੇ ਨਾਲ ਤਰ ਜਾਂਦੇ ਹਨ। ਜਿਹਨੂੰ ਕਿਸੇ ਨੂੰ ਨਹੀਂ ਸਮਝ ਆਉਂਦੀ ਉਹ ਵੀ ਕਥਾ ਦੇ ਨਾਲ, ਕੀਰਤਨ ਦੀ ਜਿਹਨੂੰ ਨਹੀਂ ਸਮਝ ਆਉਂਦੀ ਉਹ ਵੀ ਕਥਾ ਦੇ ਨਾਲ ਜਿਹੜਾ ਹੈ ਉਹਨੂੰ ਕੀਰਤਨ ਦੀ ਸਮਝ ਆਉਣ ਲੱਗ ਪੈਂਦੀ ਹੈ। ਕਿਉਂਕਿ ਕੀਰਤਨ ਦੇ ਵਿੱਚ ਅਸੀਂ ਹੂ ਬਹੂ ਜੋ ਗੁਰਬਾਣੀ ਗੁਰੂ ਸਾਹਿਬ ਜੀ ਨੇ ਸਾਡੇ ਤੱਕ ਪਹੁੰਚਾਈ ਹੈ, ਉਹ ਕੀਰਤਨ ਅਸੀਂ ਉਸ ਦਾ ਕੀਰਤਨ ਕਰਨਾ ਹੈ। ਤੇ ਜਿਹੜੀ ਕਥਾ ਹੈ ਇਹ ਵਰਤਮਾਨ, ਕਿਉਂਕਿ ਜਿਹੜੀ ਕੀਰਤਨ ਹੈ ਉਹ ਪੁਰਾਤਨ ਬੋਲੀ ਦੇ ਵਿੱਚ, ਜਿਵੇਂ ਗੁਰਮੁਖੀ ਬੋਲੀ ਦੇ ਵਿੱਚ ਹੈ। ਗੁਰਮੁਖੀ ਬੋਲੀ ਉਸ ਗੁਰੂ ਗ੍ਰੰਥ ਸਾਹਿਬ ਜੀ ਦੇ ਜਦੋਂ ਲਿਖਿਆ ਗਿਆ ਸੀ ਉਸ ਟਾਈਮ ਦੀ ਬੋਲੀ ਦੇ ਵਿੱਚ ਤੇ ਹੁਣ ਵਾਲੀ ਬੋਲੀ ਦੇ ਵਿੱਚ ਬਹੁਤ ਜ਼ਿਆਦਾ ਫਰਕ ਆ ਚੁੱਕਾ ਹੈ। ਕਿਉਂਕਿ ਹੁਣ ਸਾਨੂੰ ਹੋਰਨਾਂ ਇਲਾਕਿਆਂ ਦੇ ਨਾਲ ਜੋੜ ਕੇ, ਹੋਰਨਾਂ ਲੋਕਾਂ ਦੇ ਨਾਲ ਜੋੜ ਕੇ, ਕੁਛ ਵਿੱਚ ਹਿੰਦੀ ਦੇ ਸ਼ਬਦ ਰਲ ਗਏ, ਕੁਛ ਵਿੱਚ ਇੰਗਲਿਸ਼ ਦੇ ਸ਼ਬਦ ਰਲ ਗਏ, ਤੇ ਉਹਦੇ ਨਾਲ ਸਾਡੀ ਬੋਲੀ ਜਿਹੜੀ ਹੈ ਹੁਣ ਬੜੀ ਜ਼ਿਆਦਾ ਬਦਲ ਚੁੱਕੀ ਹੈ। ਉਹ ਗੁਰਮੁਖੀ ਬੋਲੀ ਸੀ, ਹੁਣ ਵਾਲੀ ਨੂੰ ਪੰਜਾਬੀ ਬੋਲੀ ਕਹਿੰਦੇ ਹਾਂ। ਪਤਾ ਨਹੀਂ ਗਾਂ ਇਹ ਕਿਹੋ ਜਿਹੀ ਬਣ ਜਾਣੀ ਹੈ, ਜੇ ਮਹਾਰਾਜ ਕਿਰਪਾ ਕਰਨ ਬਚਾ ਕੇ ਰੱਖਣ ਇਸ ਚੀਜ਼ ਨੂੰ। ਤੇ ਉਹ ਜਿਹੜੀ ਗੁਰਮੁਖੀ ਬੋਲੀ ਦੇ ਵਿੱਚ ਹੈ, ਜਿਹੜੀ ਗੁਰਬਾਣੀ ਹੈ, ਹੁਣ ਗੁਰਮੁਖੀ ਜਿਹੜੀ ਹੈ ਅੱਜ ਸਾਰਿਆਂ ਦੀ ਸਮਝ ਦੇ ਵਿੱਚ ਨਹੀਂ ਆਉਂਦੀ। ਸਾਰਿਆਂ ਦੀ ਸਮਝ ਦੇ ਵਿੱਚ ਨਾ ਆਉਣ ਕਰਕੇ ਉਹਦਾ ਪੂਰਾ ਜਿਹੜਾ ਕੀਰਤਨ ਆ ਉਹ ਸਮਝ 'ਚ ਨਹੀਂ ਆਉਂਦਾ। ਜਦੋਂ ਸਮਝ 'ਚ ਨਾ ਆਈ ਤਾਂ ਉਸ ਜਿਹੜੀ ਚੀਜ਼ ਅਸੀਂ ਦੱਸ ਰਹੇ ਹਾਂ ਕਿਸੇ ਨੂੰ, ਜੇ ਉਹ ਸਮਝ ਹੀ ਨਾ ਗਈ ਤੇ ਉਹਦਾ ਆਨੰਦ ਵੀ ਨਹੀਂ ਆਉਣਾ, ਉਹਦਾ ਅਸਰ ਵੀ ਘੱਟ ਹੋਣਾ ਆ। ਇਹ ਸੇਮ ਇਹੋ ਗੱਲ ਹੈ। ਜਿਹੜੀ ਕਥਾ ਆ ਉਹ ਅਸੀਂ ਹੁਣ ਦੀ ਬੋਲੀ ਦੇ ਵਿੱਚ, ਹੁਣ ਆਪਣੇ ਵਿਚਾਰਾਂ ਦੇ ਨਾਲ, ਆਪਣੇ ਲੋਕਾਂ ਦੇ ਹਿਸਾਬ ਦੇ ਨਾਲ, ਜਿੱਦਾਂ ਦੇ ਲੋਕ ਹੋਣ ਉੱਦਾਂ ਦੀ ਗੱਲ ਕਰਕੇ, ਉੱਦਾਂ ਦੀ ਉਦਾਹਰਨ ਦੇ ਕੇ ਤਾਂ ਅਸੀਂ ਉਹ ਕਥਾ ਕਰਨੀ ਹੈ। ਜਦੋਂ ਅਸੀਂ ਇਹ ਕਥਾ ਕਰਦੇ ਹਾਂ, ਗੁਰਬਾਣੀ ਉਹੀ ਹੈ, ਸ਼ਬਦ ਉਹੀ ਹੈ, ਸਿਰਫ ਇਸ ਬੰਦੇ ਦੇ ਮੁੱਖ ਤੋਂ, ਜਿਹੜਾ ਵਰਤਮਾਨ ਦੌਰ ਦੇ ਉੱਤੇ ਕਥਾ ਕਰ ਰਿਹਾ, ਉਹਦੇ ਮੁੱਖ ਦੇ ਵਿੱਚੋਂ ਸੁਣ ਕਰਕੇ ਸਾਡੇ ਉੱਤੇ ਹੁਣ ਦੀ ਬੋਲੀ ਵਿੱਚ ਬੋਲਣ ਕਰਕੇ ਸਾਡੇ ਉੱਤੇ ਇਸ ਚੀਜ਼ ਦਾ ਅਸਰ ਸੁਖਾਲਾ ਹੋ ਜਾਂਦਾ ਹੈ। ਜਦੋਂ ਅਸਰ ਹੋ ਜਾਏਗਾ ਸਾਡੇ 'ਤੇ ਇਸ ਬੋਲੀ ਦਾ, ਤਾਂ ਫਿਰ ਸਾਨੂੰ ਕੀਰਤਨ, ਇਸ ਕਥਾ ਦਾ ਅਸਰ ਹੋ ਜਾਏਗਾ, ਫਿਰ ਸਾਨੂੰ ਕੀਰਤਨ ਜਿਹੜਾ ਹੈ ਉਹ ਵੀ ਸਮਝ ਲੱਗਣ ਲੱਗ ਪੈਂਦਾ ਹੈ। ਜਦੋਂ ਕੀਰਤਨ ਸਮਝ ਆਉਣ ਲੱਗ ਪਿਆ ਫਿਰ ਸਾਡੇ ਅੰਦਰ ਵਿਰਾਗ ਉਪਜਣਾ ਹੈ। ਜਦੋਂ ਵਿਰਾਗ ਉਪਜਿਆ ਫਿਰ ਸਾਡੇ ਅੰਦਰ ਪ੍ਰੇਮ ਨੇ ਆਉਣਾ ਹੈ। ਅਤੇ ਪ੍ਰੇਮ ਜਿਹੜਾ ਹੈ ਇਹ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਆ ਜਾਂਦਾ ਹੈ। ਜੇ ਬਿਨਾਂ ਪ੍ਰੇਮ ਤੋਂ, ਬਿਨਾਂ ਸ਼ਰਧਾ ਤੋਂ ਅਸੀਂ ਕੋਈ ਵੀ ਬੋਲੀ ਬੋਲਦੇ ਹਾਂ, ਕੋਈ ਵੀ ਅਸੀਂ ਗੱਲ ਕਰਦੇ ਹਾਂ, ਕੋਈ ਵੀ ਅਸੀਂ ਪਾਠ ਕਰਦੇ ਹਾਂ, ਜੇ ਉਹਦੇ ਵਿੱਚ ਸ਼ਰਧਾ ਅਤੇ ਉਹਦੇ ਵਿੱਚ ਪ੍ਰੇਮ ਨਹੀਂ ਨਾ ਹੈਗਾ ਤਾਂ ਉਸ ਪਾਠ ਕਰਨ ਦਾ ਸਾਨੂੰ
ਜਿਹੜਾ ਫਲ ਹੈ ਉਹ ਬਹੁਤ ਹੀ ਘੱਟ ਮਿਲਦਾ ਹੈ, ਉਹ ਬਹੁਤ ਥੋੜ੍ਹਾ ਮਿਲਦਾ ਹੈ। ਪਰ ਜਦੋਂ ਪ੍ਰੇਮ ਵਿੱਚ ਮਿਕਸ ਹੋ ਜਾਂਦਾ ਹੈ ਉਸ ਚੀਜ਼ ਦੇ ਵਿੱਚ, ਕਥਾ ਦੇ ਵਿੱਚ ਪ੍ਰੇਮ ਮਿਕਸ ਹੋ ਜੇ, ਕੀਰਤਨ ਦੇ ਵਿੱਚ ਪ੍ਰੇਮ ਮਿਕਸ ਹੋ ਜੇ, ਤਾਂ ਉਹਦਾ ਫਲ ਸਾਨੂੰ ਬਹੁਤ ਜ਼ਿਆਦਾ ਮਿਲਦਾ ਹੈ। ਪ੍ਰੇਮ ਜਿਹੜਾ ਹੈ, ਗੁਰੂ ਸਾਹਿਬ ਜੀ ਕਹਿ ਰਹੇ ਹਨ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹੇ ਪ੍ਰੇਮ ਕੀਤਾ ਉਹਨੇ ਹੀ ਪ੍ਰਮਾਤਮਾ ਨੂੰ ਪਾ ਲੈਣਾ ਹੈ। ਅਤੇ ਪ੍ਰੇਮ ਜਿਹੜਾ ਹੈ ਉਹ ਫੇਰ ਉਪਜਦਾ ਹੈ ਜਦੋਂ ਸਾਨੂੰ ਸਾਡੇ ਅੰਦਰ ਵਿਰਾਗ ਆਵੇਗਾ, ਜਦੋਂ ਸਾਨੂੰ ਇਹ ਜਗਤ ਝੂਠਾ ਲਿਖੇਗਾ, ਫਿਰ ਅਸੀਂ ਆਖਣਾ, ਹੇ ਮੇਰੇ ਪ੍ਰਮਾਤਮਾ, ਹੇ ਮੇਰੇ ਮਾਲਕਾ, ਮੇਰਾ ਹੋਰ ਕੋਈ ਨਹੀਂ ਹੋ ਇਸ ਦੁਨੀਆ ਦੇ ਉੱਤੇ, ਅਤੇ ਮੈਨੂੰ ਆਪਣੇ ਚਰਨਾਂ ਨਾਲ ਜੋੜ ਲਾ। ਜਦੋਂ ਸੰਸਾਰ ਵੱਲੋਂ ਸੱਟ ਵੱਜਦੀ ਹੈ, ਜਦੋਂ ਸੰਸਾਰ ਮੁੱਖ ਮੋੜ ਲੈਂਦਾ ਹੈ, ਤਾਂ ਫਿਰ ਅਸੀਂ ਗੁਰੂ ਦੇ ਨਾਲ ਪ੍ਰੇਮ ਪਾਉਂਦੇ ਹਾਂ। ਅਤੇ ਜਦੋਂ ਗੁਰੂ ਨਾਲ ਪ੍ਰੇਮ ਹੋ ਜਾਵੇ, ਅਤੇ ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ, ਜਦੋਂ ਅਸੀਂ ਗੁਰੂ ਦੇ ਨਾਲ ਪ੍ਰੇਮ ਪਾ ਲਈਏ ਤਾਂ ਫਿਰ ਸਾਰਾ ਜੱਗ ਹੀ ਆਪਣਾ ਹੋ ਜਾਂਦਾ ਹੈ। ਅਤੇ ਜਦੋਂ ਆਪਣਾ ਹੋ ਗਿਆ, ਕੋਈ ਪਰਾਇਆ ਨਾ ਰਹਿ ਗਿਆ, ਤਾਂ ਫਿਰ ਆਪ ਜੀ ਨੂੰ ਪਤਾ ਹੀ ਹੈ ਕਿ ਫਿਰ ਪਰਮਾਤਮਾ ਦੇ ਪ੍ਰਗਟ ਹੋਣ ਦੇ ਵਿੱਚ ਕੋਈ ਜ਼ਿਆਦਾ ਦੇਰੀ ਨਹੀਂ ਲੱਗਦੀ, ਕਿਉਂਕਿ ਫਿਰ ਸਾਨੂੰ ਜਰੇ ਜਰੇ ਦੇ ਵਿੱਚ, ਕਣ ਕਣ ਦੇ ਵਿੱਚ ਉਹ ਨਜ਼ਰੀ ਆਉਣ ਲੱਗ ਪੈਂਦਾ ਹੈ। ਪਰ ਇਹ ਅਵਸਥਾ ਉੱਚੀ ਦੀ ਗੱਲ ਹੈ, ਬੜੀ ਉੱਚੀ ਅਵਸਥਾ ਹੋਵੇਗੀ ਤਾਂ ਫਿਰ ਇਹ ਕਿਰਪਾ ਹੋਵੇਗੀ। ਆਪਾਂ ਕਹਿ ਤਾਂ ਸਾਰੇ ਹੀ ਦਿੰਦੇ ਹਾਂ ਕਿ ਜਰੇ ਜਰੇ ਦੇ ਵਿੱਚ ਪਰਮਾਤਮਾ ਹੈ, ਹਰ ਇੱਕ ਦੇ ਵਿੱਚ ਵਾਹਿਗੁਰੂ ਵਸਦਾ ਹੈ। ਇਹ ਕਹਿਣ ਦੀਆਂ ਗੱਲਾਂ ਹੈ। ਜਦੋਂ ਅਸੀਂ ਪ੍ਰੈਕਟੀਕਲ ਦੇ ਵਿੱਚ ਉਤਰਦੇ ਹਾਂ, ਫਿਰ ਜਦੋਂ ਸਾਨੂੰ ਪਤਾ ਲੱਗਦਾ ਹੈ, ਉਹ ਫਿਰ ਸੱਚ ਦਾ ਹੁੰਦਾ ਹੈ। ਜਦੋਂ ਫਿਰ ਸਾਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਪਤਾ ਲੱਗੇ, ਸਭਨੀ ਘਟੀ ਸਹਿ ਵਸੇ ਸਹਿ ਬਿਨ ਘਟ ਨਾ ਕੋਈ, ਨਾਨਕ ਤੇ ਬਲਿਹਾਰ ਨੇ ਜੇ ਘਟ ਪ੍ਰਗਟ ਹੋਏ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਤੇ ਚਾਨਣ ਸਭ ਮੈਂ ਚਾਨਣ ਹੋਏ। ਸਾਰਿਆਂ ਦੇ ਵਿੱਚ ਜੋਤ ਉਹ ਹੈ ਜਿਹਦੇ ਚਾਨਣ ਦੇ ਨਾਲ ਸਾਰਿਆਂ ਦੇ ਵਿੱਚ ਚਾਨਣ ਹੋ ਰਿਹਾ ਹੈ। ਸਾਰਿਆਂ ਦੇ ਵਿੱਚ ਇੱਕੋ ਜੋਤ ਵਰਕ ਰਹੀ ਹੈ। ਸਾਰਿਆਂ ਦੇ ਵਿੱਚ, ਸਾਰੀਆਂ ਘਟਾਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਬੈਠਾ ਹੈ। ਪਰ ਨਾਨਕ ਜੇ ਘਟ ਹਉ, ਨਾਨਕ ਤੇ ਬਲਿਹਾਰ ਨੇ ਜੇ ਘਟ ਪ੍ਰਗਟ ਹੋਏ। ਨਾਨਕ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹਨ ਕਿ ਮੈਂ ਉਹਨਾਂ ਦੇ ਬਲਿਹਾਰ ਜਾਂਦਾ ਹਾਂ, ਉਹਨਾਂ ਦੇ ਬਲਿਹਾਰ ਜਾਂਦਾ ਜਿਨ੍ਹਾਂ ਘਟਾਂ ਦੇ ਵਿੱਚੋਂ ਉਹ ਜੋਤ ਪ੍ਰਗਟ ਹੋ ਚੁੱਕੀ ਹੈ। ਜਰੇ ਜਰੇ ਦੇ ਵਿੱਚ ਵਾਹਿਗੁਰੂ ਦਾ ਉਸ ਚੀਜ਼ ਨੂੰ, ਉਸ ਇਨਸਾਨ ਨੂੰ ਪਤਾ ਲੱਗਣਾ ਹੈ ਜਿਹਦੇ ਵਿੱਚ ਉਹ ਜੋਤ ਪ੍ਰਗਟ ਹੋ ਚੁੱਕੀ ਹੈ। ਬਾਕੀ ਸਾਰੀਆਂ ਕਥਾ ਕੀਰਤਨ ਦੀਆਂ ਹੀ ਗੱਲਾਂ ਹਨ, ਬਾਕੀ ਸਾਰੀਆਂ ਲੋਕ ਇੱਕ ਦੂਜੇ ਨੂੰ ਸਮਝਾਉਣ ਵਾਲੀਆਂ ਹੀ ਗੱਲਾਂ ਹਨ ਕਿ ਪਰਮਾਤਮਾ ਜਰੇ ਜਰੇ ਦੇ ਵਿੱਚ ਬੈਠਾ ਹੈ। ਪਤਾ ਉਹਨੂੰ ਹੈ ਜਿਹਦੇ ਵਿੱਚ ਉਹ ਜੋਤ ਪ੍ਰਗਟ ਹੋ ਜਾਂਦੀ ਹੈ। ਅਤੇ ਇਹ ਜੋਤ ਪ੍ਰਗਟ ਉਦੋਂ ਹੁੰਦੀ ਹੈ ਜਦੋਂ ਅਸੀਂ ਪਾਠ ਕਰਾਂਗੇ, ਕੀਰਤਨ ਕਰਾਂਗੇ, ਕਥਾ ਕਰਾਂਗੇ, ਕਥਾ ਸੁਣਾਂਗੇ, ਕੀਰਤਨ ਸੁਣਾਂਗੇ, ਪਾਠ ਸਰਵਣ ਕਰਾਂਗੇ। ਜਦੋਂ ਇਹ ਅਸੀਂ ਗੁਰੂ ਦੇ ਵੱਲ ਮੁੱਖ ਕਰਾਂਗੇ, ਫਿਰ ਉਹ ਦਿਨ ਦੂਰ ਨਹੀਂ ਜਿਸ ਦਿਨ ਗੁਰੂ ਵੀ ਸਾਡੇ ਵੱਲ ਨੂੰ ਮੁੱਖ ਕਰ ਲਏਗਾ। ਸੋ ਅੱਜ ਦਾ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।